ਸਾਰਿਆਂ ਨੂੰ ਪਤਾ ਕਿ ਕੁਝ ਇੱਕ ਬੰਦਿਆਂ ਦਾ ਇਹਦੇ ਵਿੱਚ ਆਪ ਦਾ ਸਿਆਸੀ ਮੁਫਾਦ ਹੈ। ਉਹਨਾਂ ਦਾ ਜਿੰਨਾ ਵੀ ਵਿਹਾਰ ਆ ਉਹ ਸਾਰਾ ਉਸ ਸਿਆਸੀ ਮੁਫਾਦਾਂ ਦੇ ਮੱਦੇਨਜ਼ਰ ਹੀ ਤੈਅ ਹੋ ਰਿਹਾ ਆ। ਬਹੁਤਾ ਕੁਝ ਜਿਹੜਾ ਇਸ ਤਰ੍ਹਾਂ ਦਾ ਵਾਪਰ ਰਿਹਾ ਆ ਜਾਂ ਜੋ ਕੁਝ ਸਟੇਜਾਂ ਤੋਂ ਕਿਹਾ ਜਾਂਦਾ ਆ ਫਿਰ ਮੁਆਫੀ ਮੰਗ ਲਈ ਜਾਂਦੀ ਹੈ, ਉਹਦੇ 'ਚ ਬਹੁਤੀ ਵਾਰ ਇਹ ਗੱਲ ਹੈ ਕਿ ਕੁਝ ਇੱਕ ਬੰਦਿਆਂ ਦੇ ਆਪ ਦੇ ਕੁਝ ਆਗੂਆਂ ਦੇ ਸਿਆਸੀ ਮੁਫਾਦ ਹੈਗੇ ਆ। ਸਟੇਜਾਂ ਦਾ ਬਿਆਨ ਹੁੰਦਾ ਕਿ 26 ਜਨਵਰੀ ਨੂੰ ਇਹਨਾਂ ਨੇ ਤਾਂ 84 ਵਾਲਾ ਮਾਹੌਲ ਬਣਾ ਦੇਣਾ ਸੀ, ਇਹਨਾਂ ਨੇ ਤਾਂ ਉੱਥੇ ਦੰਗੇ ਕਰਵਾ ਦੇਣੇ ਸੀ, ਜੇ ਝੰਡਾ ਚੜ੍ਹਾ ਕੇ ਆਏ ਨੇ ਜਿਹੜੇ ਉੱਥੇ ਉਹਨਾਂ ਨੇ ਇਹ ਕਰ ਦੇਣਾ ਸੀ। ਸਟੇਜਾਂ ਤੋਂ ਕਿਉਂ ਅਨਾਉਂਸ ਕਰ ਰਹੇ ਨੇ ਇਹ ਗੱਲਾਂ? ਸਮਾਂ ਉਲਟਾ ਸਰਕਾਰ ਨੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ 27 ਤਰੀਕ ਨੂੰ ਮਨੋਵਿਗਿਆਨਕ ਹਮਲਾ ਵਿੱਢਿਆ ਔਰ ਖਾਸ ਕਰਕੇ ਜਿਹੜਾ ਇਹਨਾਂ ਨੇ ਅਪੋਲੋਜੈਟਿਕ ਸਟੈਂਡ ਸਟੇਜ ਦੇ ਉੱਪਰੋਂ ਲਿਆ। ਇਹ ਗੱਲ ਵਾਰ-ਵਾਰ ਕਹਿਣੀ ਪੈਂਦੀ ਆ ਕਿਉਂਕਿ ਅਸੀਂ ਔਨ ਗਰਾਊਂਡ ਇਸ ਗੱਲ ਦਾ ਅਸਰ ਦੇਖਿਆ ਲੋਕਾਂ ਦੇ ਵਿੱਚ ਕਿ ਉਹ ਇੱਕ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਤੇ ਢਹਿੰਦੀ ਕਲਾ ਵਾਲੀਆਂ ਗੱਲਾਂ ਕਰ ਕਰਕੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕੀਤਾ ਗਿਆ। ਸਹੀ ਗੱਲ ਜਾਣ ਨਹੀਂ ਦਿੱਤੀ ਗਈ। ਕਿਸੇ ਇੱਕ ਜਾਂ ਦੋ ਵਿਅਕਤੀਆਂ ਦੀ ਗੱਲ ਨਹੀਂ ਹੈਗੀ। 140 ਜਾਣੇ ਅੱਜ ਵੀ ਜੇਲ੍ਹ ਦੇ ਵਿੱਚ ਹੈਗੇ ਆ ਔਰ ਸਾਰਿਆਂ ਦੇ ਉੱਪਰ ਲਗਭਗ ਸੇਮ ਕੇਸ ਜਿਹੜੇ ਆ ਉਹ ਪਏ ਹੋਏ ਆ ਕਿ ਉਹਨਾਂ ਨੂੰ ਹੁਣ ਥੋੜ੍ਹੀ ਜਿਹੀ ਲਗਾਮ ਪਾਉਣ ਦੀ ਲੋੜ ਹੈਗੀ ਆ। ਉਹਦੇ ਵਿੱਚ ਜਿਹੜੀ ਪਹਿਲ ਕਦਮੀ ਆ ਉਹ ਕਿਸਾਨੀ ਧਿਰਾਂ ਦੇ ਵਿੱਚ ਜਿਹੜੀਆਂ ਸੁਹਿਰਦ ਧਿਰਾਂ ਹੈਗੀਆਂ ਉਹਨਾਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਬਾਹਰਲੇ ਨੇ ਕੀਤੀ ਫੇਰ ਐਵੇਂ ਕਹਿਣਗੇ। ਸਰਖਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਤੁਹਾਡੇ ਰੂਬਰੂ ਹੁੰਦਾ ਵਾਂ। ਜੇ ਗੱਲ ਕਰੀਏ ਕਿਸਾਨੀ ਸੰਘਰਸ਼ ਦੀ, ਕਿਸਾਨੀ ਸੰਘਰਸ਼ ਦੇ ਵਿੱਚ ਕੱਲ੍ਹ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਰੋਸ ਮਾਰਚ ਕੀਤਾ ਗਿਆ, ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਹੋਰ ਕਾਫੀ ਮੁੱਦਿਆਂ ਦੇ ਉੱਪਰ ਗੱਲ ਕਰਦੇ ਹਾਂ। ਸਾਡੇ ਨਾਲ ਐਡਵੋਕੇਟ ਪਰਮਜੀਤ ਸਿੰਘ ਉਰਫ ਗਾਜੀ ਬਾਬਾ ਮੌਜੂਦ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਅਕਸਰ ਇਹ ਸਵਾਲ ਉੱਠਦੇ ਨੇ, ਲੋਕ ਵੀ ਕਹਿੰਦੇ ਰਹਿੰਦੇ ਨੇ ਵੀ ਉਸ ਚੀਜ਼ਾਂ ਉਹ ਗੱਲਾਂ ਪੁੱਛੋ ਜਾ ਕੇ 26 ਤੋਂ ਬਾਅਦ ਜਿਹੜਾ ਹੱਲ ਚੱਲ ਹੋਈ ਆ ਸੰਘਰਸ਼ ਦੇ ਵਿੱਚ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਆ, ਕਾਫੀ ਗੱਲਾਂ ਦਾ ਇੱਕ ਸਵਾਲ ਬਣ ਜਾਂਦਾ ਇਹ। ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਉਤਰਾਅ ਚੜ੍ਹਾਅ ਜਿਹੜੇ ਆ ਉਹ ਕਿਸੇ ਵੀ ਸੰਘਰਸ਼ ਦਾ ਇੱਕ ਹਿੱਸਾ ਹੁੰਦਾ ਅਤੇ ਖਾਸ ਕਰਕੇ ਜਿੱਥੇ ਇੰਨਾ ਵੱਡਾ ਰੌਂ ਹੋਵੇ ਔਰ ਜਿੱਥੇ ਇਹ ਗੱਲ ਬੜੇ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆ ਗਈ ਹੋਵੇ ਕਿ ਜਿੰਨਾ ਵੱਡਾ ਵੇਗ ਇਸ ਸੰਘਰਸ਼ ਦਾ ਹੈ ਉਹਨੂੰ ਸਾਂਭਣ ਦੇ ਹਾਣ ਦੀ ਜਿਹੜੀ ਲੀਡਰਸ਼ਿਪ ਆ ਉਹ ਨਾ ਸੀਗੀ ਅਤੇ ਨਾ ਹੀ ਇਹਦੇ ਦੌਰਾਨ ਪੈਦਾ ਹੋ ਸਕੀ ਹੈ। ਇਹ ਇੱਕ ਬੜੀ ਖਾਮੀ ਰਹੀ ਹੈ ਜਿਹਦੇ ਤੋਂ ਬੜੀ ਸਿੱਖਣ ਵਾਲੀ ਗੱਲ ਵੀ ਬਣਦੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਵੀ ਜੋ 26 ਨਵੰਬਰ ਨੂੰ ਵਾਪਰਿਆ ਸੀਗਾ ਉਦੋਂ ਲੋਕ ਬਿਲਕੁਲ ਅਲੱਗ ਪੱਧਰ ਦੇ ਉੱਪਰ ਸੋਚ ਰਹੇ ਸੀਗੇ, ਲੀਡਰਸ਼ਿਪ ਬਿਲਕੁਲ ਵੱਖਰੇ ਪੱਧਰ ਦੇ ਉੱਪਰ ਸੋਚ ਰਹੀ ਸੀਗੀ। ਪ੍ਰੋਗਰਾਮ ਸ਼ਾਇਦ ਸਿਰਫ ਐਲਾਨਣ ਵਾਸਤੇ ਦਿੱਤਾ ਗਿਆ ਸੀ, ਲੋਕਾਂ ਨੇ ਲਾਗੂ ਕਰ ਦਿੱਤਾ। ਲਾਗੂ ਕਰਨ ਤੋਂ ਬਾਅਦ ਜਿਹੜੀ ਅਗਵਾਈ ਆ ਉਹ ਦੁਬਾਰਾ ਲੀਡਰਸ਼ਿਪ ਨੂੰ ਮੌਕਾ ਦਿੱਤਾ ਗਿਆ। ਉਸ ਤੋਂ ਬਾਅਦ ਵਿੱਚ 26 ਜਨਵਰੀ ਨੂੰ ਵੀ ਬਿਲਕੁਲ ਉਸੇ ਤਰ੍ਹਾਂ ਹੀ ਵਾਪਰਿਆ। ਪਿਛਲੇ ਤਜਰਬੇ ਤੋਂ ਕਹਿ ਲਓ ਵੀ ਕੁਛ ਵੀ ਨਹੀਂ ਸੀ ਸਿੱਖਿਆ ਗਿਆ। ਪ੍ਰੋਗਰਾਮ ਐਲਾਨਿਆ ਗਿਆ, ਐਲਾਨਣ ਤੋਂ ਬਾਅਦ ਇੱਕ ਮਾਹੌਲ ਬਣਾਇਆ ਗਿਆ। ਉਸ ਮਾਹੌਲ ਤੋਂ ਬਾਅਦ ਦੇ ਵਿੱਚ ਜੋ ਆਖਰੀ ਦਿਨਾਂ ਦੇ ਵਿੱਚ ਲੀਡਰਸ਼ਿਪ ਨੇ ਕੀਤਾ ਉਹ ਤੋਂ ਇਹ ਲੱਗਦਾ ਸੀਗਾ ਕਿ ਸ਼ਾਇਦ ਆਪਣੀਆਂ ਕਈਆਂ ਹੋਈਆਂ ਗੱਲਾਂ ਨੂੰ ਲਾਗੂ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀਗਾ, ਪਰ ਲੋਕਾਂ ਨੇ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਕੁਝ ਇੱਕ ਧਿਰਾਂ ਨੇ ਉਹਨਾਂ ਦੀ ਅਗਵਾਈ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੁਝ ਇੱਕ ਵਿਅਕਤੀ ਆਪਾਂ ਕਹਿ ਸਕਦੇ ਹਾਂ ਕਿ ਉਸ ਵਹਿਣ ਦੇ ਵਿੱਚ ਵੀ ਵਹੇ, ਪਰ ਲਾ ਪਾ ਕੇ 26 ਤਰੀਕ ਦੀ ਸ਼ਾਮ ਤੱਕ ਬੜਾ ਵਧੀਆ ਚੜ੍ਹਦੀ ਕਲਾ ਦਾ ਮਾਹੌਲ ਸੀਗਾ। ਅਤੇ ਪਰ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਵਚਨ ਚੱਲਿਆ ਇੱਕ ਢਹਿੰਦੀ ਕਲਾ ਵਾਲਾ, ਉਹਦਾ ਅਸਰ ਹੋਇਆ। ਉਹਨੂੰ ਸਰਕਾਰ ਨੇ ਵੀ ਇੱਕ ਮਨੋਵਿਗਿਆਨਕ ਹਮਲਾ ਜਿਹੜਾ ਉਹ ਵਿੱਢਿਆ। ਉਸ ਤੋਂ ਬਾਅਦ ਸਰੀਰਕ ਹਮਲਾ ਹੋਇਆ। ਜਿਹੜੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਆ ਉਹਦੇ ਵਿੱਚ 143 ਜਾਣਿਆਂ ਦੇ ਨਾਂ ਨੇ। ਉਹਨਾਂ ਦੇ ਵਿੱਚੋਂ ਹੁਣ ਤੱਕ 3 ਜਾਣਿਆਂ ਦੀ ਜ਼ਮਾਨਤ ਹੋਈ ਹੈ। 140 ਜਾਣੇ ਜੇਲ੍ਹ ਦੇ ਵਿੱਚ ਨੇ। ਅਤੇ ਇਹ ਗੱਲ ਆਪਾਂ ਨੂੰ ਥੋੜ੍ਹੀ ਜਿਹੀ ਆਪਣੇ ਸੋਸ਼ਲ ਮੀਡੀਆ ਦਾ ਸਾਡਾ ਜਿਹੜਾ ਹਿੱਸਾ ਆ ਉਹਨੂੰ ਵੀ ਇਹ ਗੱਲ ਵਿਚਾਰਨੀ ਚਾਹੀਦੀ ਆ। ਉਹ ਵੀ ਜਿਹੜੀ ਹੈਗੀ ਆ ਮਤਲਬ ਇੱਕ ਡਿਸਕਸ਼ਨ ਆ, ਉਹ ਇੱਕ ਜਿੱਦਾਂ ਮੀਡੀਆ ਕਰਦਾ ਨਾ, ਗੋਦੀ ਮੀਡੀਆ ਕਰਦਾ, 10 ਕਿਲੋਮੀਟਰ ਲੰਬਾ ਜਾਂ 15 ਕਿਲੋਮੀਟਰ ਲੰਬਾ ਅੰਦੋਲਨ ਹੈ। ਉਹਦੇ ਵਿੱਚ ਜਿਹੜੀ ਘਟਨਾ 200 ਮੀਟਰ ਦੇ ਦਾਇਰੇ ਦੇ ਵਿੱਚ ਵਾਪਰ ਰਹੀ ਹੈ ਉਹ ਸ਼ੀਸ਼ੇ ਦੇ ਰਾਹੀਂ ਸਿਰਫ ਉਹੀ ਨਜ਼ਰ ਆਉਂਦੀ ਹੈ। ਬਾਕੀ ਜਿਹੜੇ ਮਤਲਬ 13-14 ਕਿਲੋਮੀਟਰ ਹੈਗੇ ਆ ਉਹਦੇ ਉੱਪਰ ਉਹ ਕਦੀ ਨਹੀਂ ਦੱਸਦੇ ਕਿ ਉੱਥੇ ਕੀ ਵਾਪਰ ਰਿਹਾ ਆ, ਕੀ ਮਾਹੌਲ ਹੈ। ਜੇਕਰ ਕਿਤੇ ਨੈਗੇਟਿਵਿਟੀ 200 ਮੀਟਰ ਦੇ ਵਿੱਚ ਉਹਨਾਂ ਨੂੰ ਦਿਸ ਜਾਂਦੀ ਹੈ ਅਤੇ ਉਹ ਉਸੇ ਨੂੰ ਫੋਕਸ ਕਰਨਾ ਸ਼ੁਰੂ ਕਰ ਦਿੰਦੇ ਆ ਅਤੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹੀ ਸਾਰਾ ਕੁਛ ਹੈ।
ਇਸੇ ਤਰ੍ਹਾਂ ਹੀ ਸਾਡਾ ਵੀ ਜਿਹੜਾ ਬਿਜਲ ਸੱਥ ਵਾਲਾ ਜਾਂ ਸੋਸ਼ਲ ਮੀਡੀਆ ਵਾਲਾ ਹਿੱਸਾ ਉਹ ਵੀ ਸਿਲੈਕਟਡ ਚੀਜ਼ਾਂ ਦੇ ਉੱਪਰ ਫੋਕਸ ਕਰਦਾ। ਉਹ ਠੀਕ ਆ, ਕਿਸੇ ਮੌਕੇ ਜ਼ਰੂਰੀ ਵੀ ਹੁੰਦਾ ਆ, ਪਰ ਉਹਦੇ 'ਚ ਇਹ ਦੇਖਣਾ ਚਾਹੀਦਾ ਵੀ ਉਹ ਕਰਕੇ ਓਵਰਆਲ ਅਸੀਂ ਕੀ ਕਰ ਰਹੇ ਹਾਂ, ਕਿਸ ਤਰ੍ਹਾਂ ਦਾ ਮਾਹੌਲ ਅਸੀਂ ਸਿਰਜ ਰਹੇ ਹਾਂ, ਹੱਕ ਦੇ ਵਿੱਚ ਸਿਰਜ ਰਹੇ ਹਾਂ, ਵਿਰੋਧ ਦੇ ਵਿੱਚ ਸਿਰਜ ਰਹੇ ਹਾਂ, ਨਿਊਟਰਲ ਕਰ ਰਹੇ ਹਾਂ। ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਸਮੇਂ ਦੇ ਨਾਲ ਹੀ ਸਪਸ਼ਟ ਹੋਣੀਆਂ ਹੁੰਦੀਆਂ। ਖੜੇ ਚੱਲਦੇ ਹੋਏ ਮੌਕੇ ਦੇ ਉੱਪਰ, ਕਿਉਂਕਿ ਮੈਂ ਇੱਥੋਂ ਮਤਲਬ 3 ਕੁ ਦਿਨ 26 ਤੋਂ ਬਾਅਦ ਕਹਿ ਲਓ ਕਿ 3 ਕੁ ਦਿਨ ਮੈਂ ਕੋਈ ਕੰਮ ਸੀਗਾ ਉਹਦੇ ਕਰਕੇ ਪੰਜਾਬ ਚਲਿਆ ਗਿਆ। ਪੰਜਾਬ ਜਾਣ ਤੋਂ ਬਾਅਦ ਮੈਂ ਇੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਉੱਥੋਂ ਬੈਠ ਕੇ ਸਲਾਹਾਂ ਦਿੱਤੀਆਂ। 2-3 ਸਲਾਹਾਂ ਦੇਣ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਇਹ ਸਲਾਹਾਂ ਇੱਥੇ ਰਹਿੰਦਿਆਂ ਹੋਇਆਂ ਕਿਉਂ ਨਹੀਂ ਸੀ ਔੜਦੀਆਂ ਜਿਹੜੀਆਂ ਉੱਥੋਂ ਜਾ ਕੇ ਨਜ਼ਰ ਆ ਰਹੀਆਂ ਨੇ। ਉਹਦਾ ਫਿਰ ਮੈਂ ਜੋ ਐਨਾਲਿਸਿਸ ਕੀਤਾ ਆਪਣੇ ਆਪ ਦੇ ਵਿੱਚ, ਮੈਂ ਇਹ ਦੇਖਿਆ ਕਿ ਅਸਲ ਦੇ ਵਿੱਚ ਉਹ ਸਲਾਹਾਂ ਇੱਥੇ ਰਹਿ ਕੇ ਇਸ ਕਰਕੇ ਨਹੀਂ ਸੀ ਔੜਦੀਆਂ ਕਿਉਂਕਿ ਜ਼ਮੀਨੀ ਹਾਲਾਤ ਦੇ ਉੱਪਰ ਉੱਦਾਂ ਦੀ ਕਿਸੇ ਵੀ ਸਲਾਹ ਨੂੰ ਲਾਗੂ ਕਰਨ ਦੀ ਗੁੰਜਾਇਸ਼ ਹੀ ਹੈ ਨਹੀਂ ਸੀਗੀ। ਸੋ ਇਹ ਇੱਕ ਪਾੜਾ ਜਿਹੜਾ ਆ ਇਹ ਵਾਪਰ ਰਿਹਾ ਆ। ਮੈਂ ਤਾਂ ਇਹ ਮੰਨਦਾ ਕਿ 2 ਪੈਰਲਰ ਸੰਸਾਰ ਜਿਹੜੇ ਆ ਉਹ ਬਣ ਰਹੇ ਆ। ਇੱਕ ਬਿਲਕੁਲ ਵਿਰਚੁਅਲ ਵਰਲਡ ਹੈ, ਇੱਕ ਜਿਹੜਾ ਆ ਉਹ ਔਨ ਗਰਾਊਂਡ ਹਕੀਕੀ ਆ, ਅਤੇ ਦੋਵੇਂ ਆਪਣੀ ਥਾਂ ਦੇ ਉੱਪਰ ਠੀਕ ਨੇ। ਉਹਨਾਂ ਦੇ ਵਿਚਲਾ ਪਾੜਾ ਘਟਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹ ਪਾੜਾ ਵੱਧਦਾ ਜਾ ਰਿਹਾ। ਇਸੇ ਕਰਕੇ ਅਸੀਂ ਸਿਲੈਕਟਡ ਹਿੱਸਿਆਂ ਦੇ ਉੱਤੇ ਫੋਕਸ ਕਰਦੇ ਹਾਂ। ਕਿਸੇ ਇੱਕ ਜਾਂ 2 ਵਿਅਕਤੀਆਂ ਦੀ ਗੱਲ ਨਹੀਂ ਹੈਗੀ। 140 ਜਾਣੇ ਅੱਜ ਵੀ ਜੇਲ੍ਹ ਦੇ ਵਿੱਚ ਹੈਗੇ ਆ, ਔਰ ਸਾਰਿਆਂ ਦੇ ਉੱਪਰ ਲਗਭਗ ਸੇਮ ਕੇਸ ਜਿਹੜੇ ਆ ਉਹ ਪਏ ਹੋਏ ਆ। ਔਰ ਜੇਕਰ ਇਹ ਗੱਲ ਕੀਤੀ ਜਾਵੇ ਕਿ ਟਾਰਗੇਟ ਕੀਤਾ ਗਿਆ, ਉਹ ਗੱਲ ਠੀਕ ਆ ਕਿ ਨਾਂ ਲੈ ਕੇ 1 ਜਾਂ 2 ਬੰਦਿਆਂ ਨੂੰ ਟਾਰਗੇਟ ਕੀਤਾ ਗਿਆ, ਪਰ ਸਮੁੱਚੇ ਰੂਪ ਦੇ ਵਿੱਚ ਜਿੰਨੇ ਵੀ ਬੰਦਿਆਂ ਨੇ ਉੱਥੇ ਲੋਕਾਂ ਦੀਆਂ ਜਾਂ ਜੋ ਲੀਡਰਸ਼ਿਪ ਕਹਿ ਰਹੀ ਸੀ, ਜਿੰਨੇ ਵੀ ਬੰਦਿਆਂ ਨੇ ਉਹਨੂੰ ਇੰਪਲੀਮੈਂਟ ਕੀਤਾ, ਉਹਨਾਂ ਨੇ ਸਾਰਿਆਂ ਨੂੰ ਡਿਸਓਨ ਕੀਤਾ ਹੈ। ਸੋ ਉਹਨਾਂ ਸਾਰਿਆਂ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਜੇ ਗੱਲ ਕਰਦੇ ਹਾਂ ਤਾਂ ਲਾਅ ਦੇ ਅਕੋਰਡਿੰਗ ਦੇਖਦੇ ਹਾਂ ਤਾਂ ਕੀ ਇਹ ਗੱਲਾਂ ਬਣਦੀਆਂ ਨੇ ਸਟੇਜ ਤੋਂ ਕਹਿਣੀਆਂ ਫਲਾਨਾ ਗਦਾਰ ਟਾਰਗੇਟ ਸਿੱਧਾ ਕਰਨਾ ਬਣਦਾ ਸਟੇਜ ਤੋਂ? ਤੁਹਾਨੂੰ ਕੀ ਲੱਗਦਾ ਗਾ ਲਾਅ ਦੇ ਅਕੋਰਡਿੰਗ? ਮੈਂ ਤਾਂ ਦੇਖੋ ਕਾਨੂੰਨ ਦੀ ਤਾਂ ਗੱਲ ਇੱਕ ਪਾਸੇ ਰਹਿ ਗਈ ਹੈ ਨਾ। ਇਹ ਇਖਲਾਕੀ ਤੌਰ ਤੇ ਬੜੀ ਡਿੱਗੀ ਹੋਈ ਗੱਲ ਹੈ। ਕੋਈ ਵੀ ਇਖਲਾਕ ਵਾਲਾ ਬੰਦਾ ਆ ਜਿਹੜਾ ਉਹ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੇ ਵਾਸਤੇ ਦੂਜੇ ਦੇ ਉੱਪਰ ਇਸ ਤਰ੍ਹਾਂ ਦੂਸ਼ਣਬਾਜ਼ੀ ਨਹੀਂ ਕਰਦਾ। ਠੀਕ ਹੈ ਨਾ। ਨਾਅਰੇ ਲੈ ਕੇ ਜਿਹੜੇ ਬੰਦੇ ਨੇ ਨਾਅਰੇ ਲਵਾਏ ਅਸੀਂ ਜਾਣਦੇ, ਉਹਨਾਂ ਨੂੰ ਸਾਡੇ ਨਾਲ ਪੜ੍ਹਦੇ ਰਹੇ ਆ, ਹੈ ਨਾ। ਸੋ ਕਿਸੇ ਦਾ ਕੁਝ ਲੁਕਿਆ ਨਹੀਂ ਹੋਇਆ। ਅੱਜ ਵੀ ਬਹੁਤੇ ਲੋਕ ਜਿਹੜੇ ਨੇ ਉਹ ਚੁੱਪ ਅਸਲ ਦੇ ਵਿੱਚ ਇਸ ਗੱਲ ਕਰਕੇ ਨੇ, ਉਹਨਾਂ ਨੂੰ ਲੱਗਦਾ ਕਿ ਇਸ ਮੌਕੇ ਦੇ ਉੱਪਰ ਜੇ ਬਹੁਤੀਆਂ ਗੱਲਾਂ ਕਹੀਆਂ ਜਾਣਗੀਆਂ ਉਹਦਾ ਸੰਘਰਸ਼ ਦੇ ਉੱਪਰ ਜਿਹੜਾ ਆ ਉਹ ਮਤਲਬ ਅਸਰ ਪੈਣਾ ਆ। ਦੂਜੀ ਗੱਲ ਇਹ ਆ ਕਿ ਇਹ ਬੜੀ ਸਾਦੀ ਜੀ ਗੱਲ ਹੁੰਦੀ ਹੈ। ਕਿਸੇ ਗੱਲ ਨੂੰ ਮੁੱਕਣ ਤੋਂ ਬਾਅਦ ਤਾਂ ਤੁਸੀਂ ਮਤਲਬ ਸ਼ਾਇਦ ਲੀਡਰਸ਼ਿਪ ਨੇ ਮੰਨ ਲਿਆ ਕਿ 26 ਤਰੀਕ ਨੂੰ ਉਹਨਾਂ ਨੂੰ ਲੱਗਿਆ ਕਿ ਹੁਣ ਕੰਮ ਜਿਹੜਾ ਆ ਉਹ ਖਤਮ ਹੋ ਗਿਆ, ਇਹਦਾ ਦੋਸ਼ ਜਿਹੜਾ ਆ ਉਹ ਸਾਡੇ ਸਿਰ ਨਾ ਆ ਜਾਵੇ, ਉਹਦਾ ਭਾਂਡਾ ਹੋਰ ਪਾਸੇ ਭੰਨ ਦਿਓ। ਸੋ ਇਹ ਇਸ ਤਰ੍ਹਾਂ ਦੇ ਕੰਮ ਦੇ ਵਿੱਚੋਂ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਨਿਕਲ ਸਕਦੀ ਹੈ, ਪਰ ਇਹ ਇਖਲਾਕੀ ਤੌਰ ਦੇ ਉੱਪਰ ਬੜੀ ਮਾੜੀ ਗੱਲ ਸੀਗੀ। ਔਰ ਸੰਘਰਸ਼ ਦੇ ਵਿੱਚ ਵੀ ਅਸੀਂ ਤਾਂ ਹੁਣ ਦੇਖੋ ਇੱਥੇ 26 ਤਰੀਕ ਦੀ ਸ਼ਾਮ ਦਾ ਮਾਹੌਲ ਇਹ ਸੀਗਾ, ਮੈਂ ਤਕਰੀਬਨ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ 1 ਘੰਟਾ 30-40 ਬੰਦਿਆਂ ਨੂੰ ਇੱਥੇ ਮਿਲਿਆ। ਵੱਖ-ਵੱਖ ਉਮਰ ਵਰਗ ਦੇ ਸੀਗੇ, ਪੰਜਾਬ ਦੇ ਵੀ ਸੀਗੇ, ਹਰਿਆਣੇ ਦੇ ਵੀ ਸੀਗੇ, ਸਿੱਖ ਵੀ ਸੀਗੇ, ਹਿੰਦੂ ਵੀ ਸੀਗੇ, ਆਮ ਕਿਸਾਨ ਵੀ ਸੀਗੇ, ਬਜ਼ੁਰਗ, ਸਭ ਨੂੰ, ਨੌਜਵਾਨ, ਸਭ ਨਾਲ ਗੱਲ ਹੋਈ ਹੈ। ਔਰ ਸਾਰਿਆਂ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਸੀਗਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ ਵੀ ਕੋਈ ਢਹਿੰਦੀ ਕਲਾ ਵਾਲੀ ਜਾਂ ਇਸ ਘਟਨਾਕ੍ਰਮ ਦੇ ਸੰਬੰਧ ਦੇ ਵਿੱਚ। ਪਰ ਜੋ ਉਹ ਪ੍ਰਵਚਨ 2 ਦਿਨ 27 ਤੇ 28 ਤਰੀਕ ਨੂੰ ਜਾਂ 29 ਤਰੀਕ ਨੂੰ ਵੀ, ਜਿਸ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੇ ਉੱਪਰ ਹਮਲਾ ਹੋ ਰਿਹਾ ਸੀ, ਉਦੋਂ ਜੋ ਚੱਲਿਆ, ਉਹਦਾ ਨਤੀਜਾ ਇਹ ਹੈ ਕਿ ਅੱਜ ਬੇਸ਼ੱਕ ਪੰਜਾਬ ਦੇ ਵਿੱਚੋਂ ਸ਼ਮੂਲੀਅਤ ਹੋ ਰਹੀ ਹੈ, ਪਰ ਤੁਸੀਂ ਵੀ ਵਿਚਰਦੇ ਹੋ, ਤੁਸੀਂ ਬੰਦਿਆਂ ਨੂੰ ਟੋਹ ਕੇ ਦੇਖਦੇ ਹੋਵੋਗੇ। ਮੈਂ ਤਾਂ ਜਿੰਨਾ ਕੁ ਮਹਿਸੂਸ ਕੀਤਾ ਆ ਕਿ ਲੋਕ ਨਾ ਹੁਣ ਇੱਕ ਮਜਬੂਰੀ ਜਿਹੀ ਚੋਂ ਜਾਂ ਇਸ ਜ਼ਿੰਮੇਵਾਰੀ ਦੇ ਅਹਿਸਾਸ ਚੋਂ ਵੀ ਯਾਰ ਮਤਲਬ ਵੀ ਇੱਜ਼ਤ ਵਾਲੀ ਗੱਲ ਆ ਵੀ ਆਪਾਂ ਨੂੰ ਜਾਣਾ ਚਾਹੀਦਾ, ਉਸ ਅਹਿਸਾਸ ਦੇ ਵਿੱਚੋਂ ਤਾਂ ਆ ਰਹੇ ਆ, ਪਰ ਉਹਨੇ ਉਤਸ਼ਾਹ ਦੇ ਵਿੱਚੋਂ ਨਹੀਂ ਆ ਰਹੇ ਜਿੰਨੇ ਉਤਸ਼ਾਹ ਦੇ ਵਿੱਚੋਂ ਪਹਿਲਾਂ ਸ਼ਮੂਲੀਅਤ ਜਿਹੜੀ ਆ ਉਹ ਹੋ ਰਹੀ ਸੀਗੀ। ਸੋ ਉਹਦੇ ਬਾਵਜੂਦ ਇਹ ਗੱਲ ਦੇਖਣੀ ਚਾਹੀਦੀ ਕਿ ਇਸ ਸਾਰੇ ਕਾਸੇ ਦੇ ਬਾਵਜੂਦ ਜਿਹੜਾ ਲੋਕਾਂ ਦਾ ਰੋਲ ਆ, ਜਿਹੜਾ ਬਹੁਤ ਘੱਟ ਡਿਸਕਸ ਹੋਇਆ। ਆਮ ਤੌਰ ਦੇ ਉੱਪਰ ਕੀ ਗੱਲ ਵਾਪਰ ਰਹੀ ਹੈ ਕਿ ਅਸੀਂ ਕਿਸੇ ਦੇ ਹੱਕ ਜਾਂ ਵਿਰੋਧ ਦੇ ਵਿੱਚ ਸਟੇਜ 'ਤੇ ਜਾਂ ਆਲਟਰਨੇਟਿਵ ਫੋਕਸ ਦੇ ਵਿੱਚ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਹੀ ਡਿਸਕਸ ਕਰ ਰਹੇ ਹਾਂ, ਜਾਂ ਉਹ ਥੋੜ੍ਹੀਆਂ ਜਿਹੀਆਂ ਘਟਨਾਵਾਂ ਜਾਂ ਉਹਨਾਂ ਦੇ ਵੱਲੋਂ ਜੋ ਕਿਹਾ ਜਾ ਰਿਹਾ ਆ ਉਹਨਾਂ ਦੇ ਹੱਕ ਵਿਰੋਧ ਦੇ ਦਾਇਰੇ ਬਣਾ ਕੇ ਚੱਲ ਰਹੇ ਆ। ਮਤਲਬ ਪੱਕੇ ਦਾਇਰੇ ਬਣਾ ਲਏ ਆ, ਸਹੀ ਤੇ ਗਲਤ ਦੇ ਅਤੇ ਹੱਕ ਦੇ ਅਤੇ ਵਿਰੋਧ ਦੇ। ਇਹ ਵੱਖੋ ਵੱਖ ਕਰਕੇ ਬਣਾਏ ਹੋਏ ਆ ਵੀ ਰਿਐਲਿਟੀ ਦੇ ਵਿੱਚ ਇਹ ਇੰਨੇ ਵੱਖੋ ਵੱਖ ਨਹੀਂ ਹੈਗੇ।
ਸਹੀ ਤੇ ਗਲਤ ਵੀ ਜਿਹੜਾ ਆ ਉਹ ਉਸ ਤਰ੍ਹਾਂ ਨਹੀਂ ਹੈਗਾ ਵੀ ਉਹ ਇੱਕ ਦੂਸਰੇ ਤੋਂ ਬਿਲਕੁਲ ਵੱਖ ਹੋਣ ਤੇ ਉਹਨਾਂ ਦੀ ਡਿਮਾਰਕੇਸ਼ਨ ਲਾਈਨ ਆ ਜਿਹੜੀ ਉਹ ਬੜੀ ਮਤਲਬ ਗੂੜੀ ਹੋ ਗਈ ਹੋਵੇ। ਇਸੇ ਤਰ੍ਹਾਂ ਹੀ ਜਿਹੜੇ ਲੋਕ ਵਿਚਰਦੇ ਨੇ ਉਹ ਕਈ ਗੱਲਾਂ ਦੇ ਉੱਪਰ ਮਤਲਬ ਜਿਹੜੀ ਲੀਡਰਸ਼ਿਪ ਆ ਉਹਦੇ ਬਹੁਤ ਵਿਰੋਧ ਦੇ ਵਿੱਚ ਵੀ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਜਿੱਦਾਂ ਦਾ ਇਹ ਮਸਲਾ ਆ, ਜਿੱਦਾਂ ਦੀ ਨੇਚਰ ਆ, ਜਿੱਦਾਂ ਦੀ ਰਜੀਮ ਦੇ ਨਾਲ ਪਾਲਾ ਪਿਆ ਹੋਇਆ ਆ ਵੀ ਆਖਿਰਕਾਰ ਜਿਹੜੀ ਗੱਲ ਆ ਉਹ ਤਾਂ ਕਿਸਾਨ ਸੰਘਰਸ਼ ਜਾਂ ਕਿਸਾਨ ਧਿਰਾਂ ਦੇ ਰਾਹੀਂ ਹੀ ਹੋਣੀ ਹੈ। ਸੋ ਉਹਦੇ ਕਰਕੇ ਉਹ ਇਸ ਗੱਲ ਨੂੰ ਚਾਹੁੰਦੇ ਆ ਕਿ ਜੋ ਕਮੀਆਂ ਖਾਮੀਆਂ ਪੇਸ਼ੀਆਂ ਆਈਆਂ ਉਹ ਦੂਰ ਹੋਣ। ਸੋ ਇਹਦੇ ਵਿੱਚੋਂ ਜਿੱਥੇ ਆਪਾਂ ਸਾਰਾ ਜਿੰਨਾ ਵੀ ਫੋਕਸ ਜਾਂ ਕਹਿ ਲਓ ਕਿ ਚਰਚਾ ਆ ਉਹ ਚੋਣਵੀਆਂ ਚੀਜ਼ਾਂ ਦੇ ਉੱਪਰ ਕੀਤੀ ਹੋਈ, ਉਹਦੇ ਵਿੱਚੋਂ ਜਿਹੜੀ ਲੋਕਾਂ ਦੀ ਬਹੁਤ ਵੱਡੀ ਪੋਜ਼ਿਟਿਵ ਭੂਮਿਕਾ ਆ ਉਹ ਚਰਚਾ ਦੇ ਵਿੱਚੋਂ ਬਾਹਰ ਹੋ ਗਈ ਹੈ। ਸੋ ਇਹ ਵੀ ਗੱਲ ਜਿਹੜੀ ਆ ਉਹ ਦੇਖੀ ਜਾਣੀ ਚਾਹੀਦੀ ਕਿ 26 ਤਰੀਕ ਨੂੰ ਵੀ ਜੇਕਰ ਸਭ ਤੋਂ ਵੱਡਾ ਤੇ ਪੋਜ਼ਿਟਿਵ ਰੋਲ ਰਿਹਾ ਆ ਕਿਸੇ ਦਾ ਚਾਰਾਂ ਧਿਰਾਂ ਦੇ ਵਿੱਚੋਂ, ਆਮ ਲੋਕਾਂ, ਸਰਕਾਰ, ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਜਾਂ ਜਿਹੜੀ ਮਤਲਬ ਇੱਕ ਆਲਟਰਨੇਟਿਵ ਧਿਰਾਂ ਸੀਗੀਆਂ, ਚਾਹੇ ਉਹ ਮੋਰਚੇ ਦੇ ਅੰਦਰੋਂ ਸੀਗੀਆਂ, ਚਾਹੇ ਬਾਹਰੋਂ ਸੀਗੀਆਂ ਤੇ ਚਾਹੇ ਕੁਝ ਚਰਚਿਤ ਨਾਂ ਸੀਗੇ ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਚਾਰਾਂ ਦੇ ਵਿੱਚੋਂ ਜੇਕਰ ਮੁਕੰਮਲ ਰੂਪ 'ਚ ਕਾਮਯਾਬ ਪੋਜ਼ਿਟਿਵ ਰੋਲ ਕਿਸੇ ਦਾ ਰਿਹਾ ਆ ਉਹ ਲੋਕਾਂ ਦਾ ਰਿਹਾ ਆ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਦਿੱਲੀ ਦੇ ਵਿੱਚ ਦਾਖਲ ਹੋਏ ਹੋਣ ਤੇ ਮਿਨੀਮਮ ਘਟਨਾਕ੍ਰਮ ਤੋਂ ਬਾਅਦ ਲੋਕੀ ਵਾਪਸ ਆ ਜਾਣ। ਆਪਾਂ ਜਦੋਂ ਵੀ ਦੇਖਦੇ ਹਾਂ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੋ ਸੰਘਰਸ਼ ਦੇਖੇ ਆ। ਇੱਕ ਤਾਂ ਜਾਟ ਅੰਦੋਲਨ ਦਾ ਦੇਖਿਆ ਕਿ ਉਹ ਆਪਣੇ ਹੀ ਜ਼ੋਰ ਦੇ ਨਾਲ ਇੰਨਾ ਜ਼ਿਆਦਾ ਉਹਦਾ ਵੇਗ ਆ ਗਿਆ ਕਿ ਉਹ ਡੀਟਰੈਕ ਹੋ ਗਿਆ ਸੀਗਾ, ਆਪਣੇ ਆਪ ਹੀ ਲੀਹੋਂ ਲੱਥ ਗਿਆ। ਜਿਨ੍ਹਾਂ 'ਚ ਲੋਕਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਹੋਵੇ ਉਹਨਾਂ ਦੇ ਵਿੱਚ ਇਹ ਸੰਭਾਵਨਾ ਰਹਿੰਦੀ ਹੈ। ਦੂਸਰਾ ਜਿਹੜਾ ਸੀਗਾ ਉਹ CAA ਵਾਲਾ ਸੀਗਾ, ਉਹ ਬਹੁਤ ਡਿਫੈਂਸਿਵ ਹੋ ਕੇ ਚੱਲੇ ਸੀਗੇ, ਪਰ ਸਰਕਾਰ ਨੇ ਉਹਨਾਂ ਦੇ ਉੱਪਰ ਹੱਲਾ ਕਰਕੇ ਉਹਨਾਂ ਨੂੰ ਮਤਲਬ ਜਿਹੜਾ ਸੀਗਾ ਉਹ ਖਦੇੜ ਦਿੱਤਾ ਸੀਗਾ। ਇਸ ਮਾਮਲੇ ਦੇ ਵਿੱਚ ਜੇਕਰ ਲੋਕ ਇਹ ਦੋਵੇਂ ਤਰ੍ਹਾਂ ਦੇ ਝੱਲ ਗਏ ਨੇ, ਆਪਣਾ ਵੇਗ ਵੀ ਇੱਕ ਵਾਰ ਪਟੜੀ ਤੋਂ ਕਹਿ ਲਓ ਕਿ ਡਗਮਗਾ ਕੇ ਦੁਬਾਰਾ ਸਥਾਪਿਤ ਹੋ ਗਿਆ, ਔਰ ਸਰਕਾਰ ਦਾ ਵੀ ਬੜਾ ਵੱਡਾ ਮਨੋਵਿਗਿਆਨਕ ਤੇ ਸਰੀਰਕ ਹਮਲਾ ਝੱਲ ਕੇ ਵੀ ਸਾਰਾ ਸੈੱਟ ਹੋ ਗਿਆ। ਉਹ ਕਿਸੇ ਲੀਡਰਸ਼ਿਪ ਦੇ ਕਰਕੇ ਨਹੀਂ ਹੋਇਆ, ਕਿਸੇ ਹੋਰ ਗਰੁੱਪ ਜਾਂ ਇੰਡੀਵਿਜੂਅਲ ਕਰਕੇ ਨਹੀਂ ਹੋਇਆ, ਉਹ ਬੇਸਿਕਲੀ ਇਸ ਗੱਲ ਕਰਕੇ ਹੋ ਗਿਆ ਕਿ ਲੋਕ ਹੀ ਇੰਨੀ ਜ਼ਿੰਮੇਵਾਰੀ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ। ਸੋ ਸਭ ਤੋਂ ਵੱਧ ਚਰਚਾ ਜਿਹੜੀ ਮੈਨੂੰ ਲੱਗਦਾ ਆ ਕਿ ਉਹ ਇਹਨਾਂ ਬੰਦਿਆਂ ਦੇ, ਉਹਨਾਂ ਬੇਨਾਮ ਹੀਰੋਜ਼ ਦੀ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਇੱਥੇ ਮੌਕੇ ਦੇ ਉੱਪਰ ਖੜ ਕੇ ਪੈਰ ਲਾਏ, ਜਿਹੜੇ ਬੰਦਿਆਂ ਨੇ ਇੰਨੇ ਵੱਡੇ ਵੇਗ ਨੂੰ ਇੱਕ ਸਵੈ ਜਾਬਤੇ ਦੇ ਰਾਹੀਂ ਸਾਂਭਿਆ ਹੋਇਆ ਆ, ਔਰ ਜਿਹੜੇ ਇੰਨੀ ਜ਼ਿਆਦਾ ਦੂਸ਼ਣਬਾਜ਼ੀ, ਬਾਹਰੀ ਹਮਲੇ ਝੱਲੇ, ਅੰਦਰੂਨੀ ਹਮਲੇ ਝੱਲੇ, ਮਨੋਵਿਗਿਆਨਕ, ਸਰੀਰਕ ਹਰ ਤਰ੍ਹਾਂ ਦੇ ਹਮਲੇ ਝੱਲ ਕੇ ਉਹ ਅਜੇ ਵੀ ਇੱਥੇ ਸਾਬਤ ਕਦਮੀ ਦੇ ਨਾਲ ਖੜੇ ਆ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀ ਚਰਚਾ ਦਾ ਫੋਕਸ ਹੈ ਜ਼ਿਆਦਾ ਉਹ ਇਹਦੇ ਉੱਪਰ ਹੋਣਾ ਚਾਹੀਦਾ। ਔਰ ਦੂਜਾ ਵੀ ਇਹ ਹੈ ਕਿ ਜਦੋਂ ਕੋਈ ਵੀ ਲੜਾਈ ਚੱਲ ਰਹੀ ਹੁੰਦੀ ਹੈ ਉਸ ਲੜਾਈ ਦੇ ਵਿੱਚੋਂ ਜਿਹੜੀਆਂ ਕਾਮਯਾਬੀਆਂ ਜਾਂ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਹਾਈਲਾਈਟ ਕੀਤਿਆਂ ਹੀ ਜਿੱਤ ਵੱਲ ਨੂੰ ਕਦਮ ਜਿਹੜੇ ਆ ਉਹ ਵਧਾਏ ਜਾ ਸਕਦੇ ਹੁੰਦੇ ਆ। ਹਾਂ, ਇਹ ਗੱਲ ਹੈ ਕਿ 26 ਤਰੀਕ ਤੋਂ ਪਹਿਲਾਂ ਦਾ ਜਿਸ ਤਰ੍ਹਾਂ ਦੇ ਇੰਟਰਨਲ ਡਾਇਨਾਮਿਕਸ ਇੱਥੇ ਰਹੇ ਆ ਲੀਡਰਸ਼ਿਪ ਜਾਂ ਲੋਕਾਂ ਦੇ ਰੋਲ ਦੇ, ਵੀ 26 ਜਨਵਰੀ ਤੋਂ ਬਾਅਦ ਉਹ ਸਾਰੇ ਕਾਸੇ ਦੇ ਬਾਰੇ 'ਚ ਮੁੜ ਪੜਚੋਲ ਕਰਨ ਦੀ, ਲੋਕਾਂ ਨੂੰ ਵੀ ਹੁਣ ਆਪਣਾ ਰੋਲ ਜਿਹੜਾ ਆ ਉਹ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈਗੀ ਹੈ। ਮਹਾਂ ਪੰਚਾਇਤ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਉੱਥੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦਾ ਕਿ ਰਾਜੇਵਾਲ ਸਾਹਿਬ ਨੂੰ ਧਮਕੀ ਮਿਲ ਜਾਂਦੀ ਆ ਤੇ ਉਸ ਨੂੰ ਚੱਲਦੀ ਸਪੀਚ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਉਹਨਾਂ ਨੂੰ ਕਿਵੇਂ ਦੇਖਦੇ ਹੋਗੇ? ਇਹੋ ਜਿਹੀਆਂ ਧਮਕੀਆਂ ਮਿਲ ਰਹੀਆਂ ਨੇ ਲੀਡਰਾਂ ਨੂੰ, ਜਿਹੜੇ ਕਿਸਾਨਾਂ ਦੇ ਆਗੂ ਕਹਾਉਂਦੇ ਨੇ, ਫਿਰ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਲਿਆਇਆ ਜਾਂਦਾ ਗਾ, ਇਹਨਾਂ ਨੂੰ ਕਿਵੇਂ ਦੇਖਦੇ? ਦੇਖੋ, ਮੈਂ ਇਹ ਸਮਝਦਾ ਕਿ ਜਦੋਂ ਦਾ ਵੀ ਇਹ ਮੋਰਚਾ ਸ਼ੁਰੂ ਹੋਇਆ ਆ, ਇਸ ਮੋਰਚੇ ਦੇ ਵਿੱਚ ਕੁਝ ਇੱਕ ਧਿਰਾਂ, ਕੁਝ ਇੱਕ ਵਿਅਕਤੀ ਆਪਣੇ ਵਿਚਾਰਧਾਰਕ ਝੁਕਾਵਾਂ ਕਰਕੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਮੋਰਚੇ ਜਾਂ ਕੁਝ ਇੱਕ ਖਾਸ ਵਿਅਕਤੀਆਂ ਧਿਰਾਂ ਦੇ ਖਿਲਾਫ ਜਾਂ ਖਾਸ ਤੌਰ 'ਤੇ ਸਿੱਧੇ ਲਫ਼ਜ਼ਾਂ 'ਚ ਕਹਿਣਾ ਹੋਵੇ ਸਿੱਖਾਂ ਦੇ ਖਿਲਾਫ ਕਰਦੇ ਰਹੇ ਆ। ਕੁਝ ਇੱਕ ਵਿਅਕਤੀ ਇਹਦੇ ਵਿੱਚ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੀਆਂ ਆਪ ਦੀਆਂ ਕੁਝ ਸਿਆਸੀ ਇੱਛਾਵਾਂ ਨੇ। ਸੋ ਉਹਨਾਂ ਦਾ ਬਹੁਤਾ ਜਿਹੜਾ ਵਿਹਾਰ ਆ ਇੱਥੇ ਬੈਠੇ ਬਹੁਤੇ ਬੰਦਿਆਂ ਨੂੰ ਸਮਝ ਆ ਰਿਹਾ। ਕੋਈ ਬੰਦਾ ਮੂੰਹੋਂ ਬੋਲ ਕੇ ਕਹੇ ਨਾ ਕਹੇ ਉਹ ਵੱਖਰੀ ਗੱਲ ਆ, ਕੋਈ ਪਬਲਿਕਲੀ ਕਹਿ ਦਿੰਦਾ ਆ, ਕੋਈ ਨਿੱਜੀ ਤੌਰ 'ਤੇ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਕਹਿ ਦਿੰਦਾ, ਪਰ ਇਹ ਸਾਰਿਆਂ ਨੂੰ ਪਤਾ ਕਿ ਕੁਝ ਇੱਕ ਬੰਦਿਆਂ ਦਾ ਇਹਦੇ ਵਿੱਚ ਆਪ ਦਾ ਸਿਆਸੀ ਮੁਫਾਦ ਹੈ। ਉਹਨਾਂ ਦਾ ਜਿੰਨਾ ਵੀ ਵਿਹਾਰ ਆ ਉਹ ਸਾਰਾ ਉਸ ਸਿਆਸੀ ਮੁਫਾਦਾਂ ਦੇ ਮੱਦੇਨਜ਼ਰ ਹੀ ਤੈਅ ਹੋ ਰਿਹਾ ਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਇਹ ਪ੍ਰਤੱਖ ਨੇ, ਹੋਰ ਇਹਨਾਂ ਦੇ ਵਿੱਚ ਐਡੀ ਕੋਈ ਐਮਰਜੈਂਸੀ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਵਾਪਰੇ। ਦੂਜਾ ਇਹ ਵੀ ਜਿੱਥੇ ਤੁਸੀਂ ਐਡੀ ਵੱਡੀ ਮੂਵਮੈਂਟ ਜਿਹੜੀ ਆ ਉਹਨੂੰ ਲੀਡ ਕਰ ਰਹੇ ਹੋ, ਉਹਦੇ ਵਿੱਚ ਜਿਹੜੇ ਖਤਰੇ ਨੇ, ਐਪਰੀਹੈਂਸ਼ਨਸ ਨੇ, ਕਈ
ਹੱਕ ਵਿਰੋਧ ਦੀਆਂ ਸੰਭਾਵਨਾਵਾਂ ਨੇ ਉਹ ਤਾਂ ਹਮੇਸ਼ਾ ਬਰਕਰਾਰ ਰਹਿੰਦੀਆਂ ਹੀ ਆ। ਉਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਜਿਹਨੇ ਇੱਕ ਵਾਰ ਵੀ ਸਟਰਗਲ ਦੇਖੀ ਹੋਵੇ ਉਸ ਬੰਦੇ ਨੂੰ ਪਤਾ ਹੁੰਦਾ ਹੈ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਇਹ ਜਿੱਦਾਂ ਅੰਗਰੇਜ਼ੀ 'ਚ ਕਹਿ ਦਿੰਦੇ ਪਾਰਟ ਆਫ ਦੀ ਗੇਮ ਹੀ ਹੈਗੀਆਂ ਨੇ। ਪਰ ਬਹੁਤਾ ਕੁਝ ਜਿਹੜਾ ਇਸ ਤਰ੍ਹਾਂ ਦਾ ਵਾਪਰ ਰਿਹਾ ਆ ਜਾਂ ਜੋ ਕੁਝ ਸਟੇਜਾਂ ਤੋਂ ਕਿਹਾ ਜਾਂਦਾ ਆ ਫਿਰ ਮੁਆਫੀ ਮੰਗ ਲਈ ਜਾਂਦੀ ਹੈ, ਉਹਦੇ 'ਚ ਬਹੁਤੀ ਵਾਰ ਇਹ ਗੱਲ ਹੈ ਕਿ ਕੁਝ ਇੱਕ ਬੰਦਿਆਂ ਦੇ ਆਪ ਦੇ ਕੁਝ ਆਗੂਆਂ ਦੇ ਸਿਆਸੀ ਮੁਫਾਦ ਹੈਗੇ ਆ। ਹਾਂ, ਇਹ ਗੱਲ ਜ਼ਰੂਰ ਹੈਗੀ ਆ ਕਿ ਹੁਣ ਜਿਹੜੇ ਸੁਹਿਰਦ ਹਿੱਸੇ ਨੇ, ਚਾਹੇ ਉਹ ਆਮ ਲੋਕਾਂ ਦੇ ਨੇ ਚਾਹੇ ਜਥੇਬੰਦੀਆਂ ਦੇ ਵਿਚਲੇ ਨੇ, ਜਿੱਥੇ ਉਹ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਕਿ ਕੋਈ ਹੋਰ ਏਜੰਡਾ ਨਾ ਲੈ ਕੇ ਆਓ। ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਸਿੱਖਾਂ ਦੇ ਸੰਬੰਧ ਦੇ ਵਿੱਚ ਇਹ ਗੱਲ ਕਹੀ ਜਾਂਦੀ ਰਹੀ ਆ ਵੀ ਇਹਨੂੰ ਕਿਸਾਨੀ ਸੰਘਰਸ਼ ਹੀ ਰਹਿਣ ਦਿਓ। ਕਿਸੇ ਸਿੱਖ ਨੇ ਵੀ ਇਹਨੂੰ ਹੋਰ ਸੰਘਰਸ਼ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰੇ ਮੁਤਾਬਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕਰਦੀਆਂ ਕਿ ਕਿਸੇ ਨੇ ਅਟੈਂਪਟ ਕੀਤੀ ਹੈ ਜਾਂ ਨਹੀਂ ਕੀਤੀ। ਇੱਕ ਤਾਂ ਇਹ ਹੁੰਦੀ ਹੈ ਕਿ ਤੁਸੀਂ ਕੋਈ ਆਲਟਰਨੇਟਿਵ ਏਜੰਡਾ ਲੈ ਕੇ ਆਓ। ਜਦੋਂ ਤੋਂ ਇੱਥੇ ਆਏ ਆ 26 ਨਵੰਬਰ ਤੋਂ ਬਾਅਦ ਇੱਕ ਵੀ ਤੁਸੀਂ ਹਵਾਲਾ ਕੱਢ ਕੇ ਦਿਓ ਕਿ ਜਿੱਥੇ ਇਹਦਾ ਏਜੰਡਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਕਿਸਾਨੀ ਦਾਇਰੇ ਤੋਂ ਬਾਹਰ ਦਾ ਕੋਈ ਏਜੰਡਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਦੂਜੀ ਗੱਲ ਇਹ ਹੈ ਕਿ ਪ੍ਰੋਗਰਾਮ ਦੀ, ਕਿ ਕਿਸੇ ਨੇ ਕੋਈ ਅਜਿਹਾ ਪ੍ਰੋਗਰਾਮ ਦਿੱਤਾ ਹੋਵੇ। ਕਿਸੇ ਨੇ ਅਜੇ ਤੱਕ ਕੋਈ ਆਲਟਰਨੇਟਿਵ ਪ੍ਰੋਗਰਾਮ ਨਹੀਂ ਦਿੱਤਾ, ਕਿਸੇ ਨੇ ਕੋਈ ਆਲਟਰਨੇਟਿਵ ਏਜੰਡਾ ਨਹੀਂ ਦਿੱਤਾ। ਉਹਦੇ ਬਾਵਜੂਦ ਇਹ ਗੱਲ ਵਾਰ-ਵਾਰ ਜਿਹੜੀ ਕਹੀ ਜਾਂਦੀ ਰਹੀ, ਉਹਦੇ ਵਿੱਚੋਂ ਉਹ ਬਹੁਤੀ ਜਿਹੜੀ ਆ ਉਹ ਦੋ ਗੱਲਾਂ ਕਰਕੇ ਪ੍ਰੇਰਿਤ ਇਹ ਸਾਰੀ ਇਲਜ਼ਾਮਬਾਜ਼ੀ ਹੁੰਦੀ ਰਹੀ ਹੈ। ਇੱਕ ਤਾਂ ਕੁਝ ਵਿਚਾਰਧਾਰਕ ਝੁਕਾਵਾਂ ਕਰਕੇ, ਦੂਜੀ ਜਿਹੜੀ ਆ ਉਸ ਸਿਆਸੀ ਮੁਫਾਦਾਂ ਦੇ ਝੁਕਾਵਾਂ ਕਰਕੇ। ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਹੁਣ ਸੁਹਿਰਦ ਹਿੱਸਾ ਹੈਗਾ ਆ ਕਿਸਾਨੀ ਧਿਰਾਂ ਦਾ ਵੀ, ਹਮਦਰਦਾਂ ਦਾ ਵੀ, ਸਪੋਰਟਰਾਂ ਦਾ ਵੀ ਤੇ ਆਮ ਸ਼ਮੂਲੀਅਤ ਕਰਨ ਵਾਲੇ ਲੋਕਾਂ ਦਾ ਵੀ, ਉਹਨਾਂ ਨੂੰ ਵੀ ਇਸ ਸੰਬੰਧ ਦੇ ਵਿੱਚ ਵਿਚਾਰ ਪਾਉਣੀ ਚਾਹੀਦੀ ਹੈ ਵੀ ਇਹ ਜਿਹੜੀ ਕੁਝ ਇੱਕ ਵਿਅਕਤੀ ਆਪਣੇ ਸਿਆਸੀ ਮੁਫਾਦਾਂ ਕਰਕੇ ਜਿਹੜਾ ਜਿਸ ਤਰ੍ਹਾਂ ਦਾ ਨਾਲ ਇਹਨੂੰ ਚਲਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਹੁਣ ਥੋੜ੍ਹੀ ਜਿਹੀ ਲਗਾਮ ਪਾਉਣ ਦੀ ਲੋੜ ਹੈਗੀ ਆ। ਉਹਦੇ ਵਿੱਚ ਜਿਹੜੀ ਪਹਿਲ ਕਦਮੀ ਆ ਉਹ ਕਿਸਾਨੀ ਧਿਰਾਂ ਦੇ ਵਿੱਚ ਜਿਹੜੀਆਂ ਸੁਹਿਰਦ ਧਿਰਾਂ ਹੈਗੀਆਂ ਉਹਨਾਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਬਾਹਰਲੇ ਨੇ ਕੀਤੀ ਫੇਰ ਐਵੇਂ ਕਹਿਣਗੇ। ਪਰ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਰੋਲ ਇੱਥੇ ਲੋਕਾਂ ਦਾ ਹੈ। ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰ ਸੁਚੇਤ ਹੋਣਾ ਚਾਹੀਦਾ। ਏਜੰਡੇ ਦੀ ਗੱਲ ਕਰੀਏ ਜੀ, ਜੇ ਗੱਲ ਕਰੀਏ ਅੱਜ 2021 ਚੱਲ ਰਿਹਾ ਅਤੇ ਪਿੱਛੇ ਜੇ ਆਪਾਂ ਝਾਤ ਮਾਰੀਏ ਇਤਿਹਾਸ ਦੀ ਤਾਂ ਪੰਜਾਬ ਨੇ 47 ਦੇ ਵਿੱਚ ਵੀ ਸੰਤਾਪ ਭੋਗਿਆ ਅਤੇ 84 ਦੇ ਵਿੱਚ ਵੀ ਸੰਤਾਪ ਭੋਗਿਆ ਅਤੇ ਉਸ ਤੋਂ ਪਹਿਲਾਂ ਦੀ ਗੱਲ ਕਰੀ ਤਾਂ 66 ਦੇ ਵਿੱਚ ਵੀ ਸੰਤਾਪ ਭੋਗਿਆ। ਅੱਜ 2021 ਦੀ ਗੱਲ ਚੱਲ ਰਹੀ ਆ ਅਤੇ ਫਿਰ ਅੱਜ ਕਿਉਂ ਉਹ ਗੱਲਾਂ ਦੁਬਾਰਾ ਚੇਤੇ ਕਰਵਾਈਆਂ ਜਾ ਰਹੀਆਂ ਨੇ। 84 ਸਟੇਜਾਂ ਤੋਂ ਬਿਆਨ ਹੁੰਦਾ ਕਿ 26 ਜਨਵਰੀ ਨੂੰ ਇਹਨਾਂ ਨੇ ਤਾਂ 84 ਵਾਲਾ ਮਾਹੌਲ ਬਣਾ ਦੇਣਾ ਸੀ, ਇਹਨਾਂ ਨੇ ਤਾਂ ਉੱਥੇ ਦੰਗੇ ਕਰਵਾ ਦੇਣੇ ਸੀ, ਜੇ ਝੰਡਾ ਚੜ੍ਹਾ ਕੇ ਆਏ ਨੇ ਜਿਹੜੇ ਉੱਥੇ ਉਹਨਾਂ ਨੇ ਇਹ ਕਰ ਦੇਣਾ ਸੀ। ਸਟੇਜਾਂ ਤੋਂ ਕਿਉਂ ਅਨਾਉਂਸ ਕਰ ਰਹੇ ਨੇ ਇਹ ਗੱਲਾਂ? ਫਿਰ ਮੇਰੇ ਖਿਆਲ 'ਚ ਡਰੂ ਮਾਨਸਿਕਤਾ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਹੁੰਦੀਆਂ, ਬਲਕਿ ਜੋ 26 ਤਰੀਕ ਨੂੰ ਵਾਪਰਿਆ ਇਸ ਤੋਂ ਬਿਲਕੁਲ ਉਲਟ ਸੀਗਾ। 26 ਤੋਂ ਲੈ ਕੇ 31 ਤੱਕ ਦਾ ਜਿਹੜਾ ਸਮਾਂ ਆ ਇਹਦਾ ਬਹੁਤ ਡੂੰਘਾ ਐਨਾਲਿਸਿਸ ਜਿਹੜਾ ਉਹ ਹੋਣਾ ਚਾਹੀਦਾ। ਜੋ ਇਹ ਗੱਲਾਂ ਕਹੀਆਂ ਜਾ ਰਹੀਆਂ ਅਸਲ ਦੇ ਵਿੱਚ ਲੋਕਾਂ ਦਾ ਵਿਹਾਰ ਐਗਜ਼ੈਕਟਲੀ ਇਹਦੇ ਤੋਂ ਉਲਟ ਸੀਗਾ। ਆਪਾਂ ਤਾਂ ਪਹਿਲਾਂ ਕਹਿ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਗਏ। ਕਿਸੇ ਵੀ ਬੰਦੇ ਨੇ ਕਿਸੇ ਦੀ ਕੋਈ ਰੇਹੜੀ ਲੁੱਟੀ ਹੋਵੇ, ਦੁਕਾਨ ਲੁੱਟੀ ਹੋਵੇ, ਕਿਸੇ ਦੀ ਨਿੱਜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੋਵੇ, ਕਿਸੇ ਦੀ ਧੀ ਭੈਣ ਨੂੰ ਕੋਈ ਉੱਚੀ ਨੀਵੀਂ ਗੱਲ ਕਹੀ ਹੋਵੇ, ਕਿਸੇ ਦੀ ਕੋਈ ਪ੍ਰਾਪਰਟੀ ਦਾ ਨੁਕਸਾਨ ਕੀਤਾ, ਕੁਛ ਨਹੀਂ ਕੀਤਾ ਗਿਆ। ਸਿਰਫ ਪੁਲਿਸ ਨਾਲ ਟਕਰਾਅ ਹੋਇਆ, ਉਹ ਉਹਨਾਂ ਥਾਵਾਂ 'ਤੇ ਹੋਇਆ ਜਿੱਥੇ ਉਹਨਾਂ ਨੂੰ ਉਹ ਬਲ ਦੀ ਵਰਤੋਂ ਕਰਕੇ ਰੋਕ ਰਹੇ ਸੀਗੇ, ਔਰ ਉਹਨਾਂ ਕੀ ਹੋਇਆ ਜਿੰਨਾ ਕੋ ਰੋਕਾਂ ਹਟਾਉਣ ਦੇ ਵਾਸਤੇ ਸੀਗਾ। ਨਹੀਂ ਤਾਂ ਆਪਾਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਮਤਲਬ ਕਿੱਦਾਂ ਘਟਨਾਵਾਂ ਜਿਹੜੀਆਂ ਆ ਜਦੋਂ ਲੋਕ ਆਪ ਹੁਦਰੇ ਹੋ ਕੇ ਕਰਦੇ ਆ, ਕਿਸ ਤਰ੍ਹਾਂ ਉਹ ਮਤਲਬ ਵਾਇਲੈਂਸ ਕਿੰਨੀ ਅਨਰੂਲੀ ਹੋ ਜਾਂਦੀ ਆ। ਸੋ ਇੱਥੇ ਬਿਲਕੁਲ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਨਹੀਂ ਵਾਪਰੀ। ਸਮਾਂ ਉਲਟਾ ਸਰਕਾਰ ਨੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ 27 ਤਰੀਕ ਨੂੰ ਮਨੋਵਿਗਿਆਨਕ ਹਮਲਾ ਵਿੱਢਿਆ, ਔਰ ਖ਼ਾਸ ਕਰਕੇ ਜਿਹੜਾ ਇਹਨਾਂ ਨੇ ਅਪੋਲੋਜੈਟਿਕ ਸਟੈਂਡ ਸਟੇਜ ਦੇ ਉੱਪਰੋਂ ਲਿਆ। ਇਹ ਗੱਲ ਵਾਰ-ਵਾਰ ਕਹਿਣੀ ਪੈਂਦੀ ਆ ਕਿਉਂਕਿ ਅਸੀਂ ਔਨ ਗਰਾਊਂਡ ਇਸ ਗੱਲ ਦਾ ਅਸਰ ਦੇਖਿਆ ਲੋਕਾਂ ਦੇ ਵਿੱਚ ਕਿ ਉਹ ਇੱਕ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਅਤੇ ਢਹਿੰਦੀ ਕਲਾ ਵਾਲੀਆਂ ਗੱਲਾਂ ਕਰ ਕਰਕੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕੀਤਾ ਗਿਆ। ਸਹੀ ਗੱਲ ਜਾਣ ਨਹੀਂ ਦਿੱਤੀ ਗਈ। 27 ਤਰੀਕ ਨੂੰ ਸਟੇਜ ਤੋਂ ਲੋਕਾਂ ਦੀ ਤਾਰੀਫ ਕਰਨੀ ਬਣਦੀ ਸੀਗੀ ਕਿ ਜਿਹੜੇ ਲੋਕ ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਇੰਪਲੀਮੈਂਟ ਕਰਦੇ ਹੋਏ ਉੱਥੇ ਗਏ ਔਰ ਬਿਨਾਂ ਕਿਸੇ ਆਗੂ ਜ਼ਿੰਮੇਵਾਰ ਆਗੂ ਦੀ ਹਾਜ਼ਰੀ ਦੇ ਅਤੇ ਅਗਵਾਈ ਦੇ ਉਹ ਲੋਕ ਵਾਪਸ ਆ ਗਏ। ਜਿਹੜੀਆਂ ਧਿਰਾਂ ਨੇ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਵੀ ਪਲੈਨਿੰਗ ਉਸ ਤਰ੍ਹਾਂ ਦੀ ਨਹੀਂ ਸੀਗੀ ਅਤੇ ਉਹ ਵੀ ਮਤਲਬ ਅਖੀਰਲੇ ਮੌਕੇ ਦੇ ਉੱਪਰ ਉਹ ਵੀ ਪਿੱਛੇ ਹਟ ਗਈਆਂ ਸੀਗੀਆਂ। ਪਰ ਉਹਦੇ ਬਾਵਜੂਦ ਲੋਕ ਜਿਹੜੇ ਆ ਉਹ ਆਪਣੇ ਸਵੈ ਜਾਬਤੇ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਵਾਪਸ ਆ ਗਏ। ਉਹਨਾਂ ਲੋਕਾਂ ਨੂੰ ਜੇਕਰ ਤੁਸੀਂ ਦੋਸ਼ ਦੇਣ ਦੀ ਕੋਸ਼ਿਸ਼ ਕਰੋਗੇ ਇਹਦਾ ਮਤਲਬ ਇਹ ਆ ਵੀ ਫਿਰ ਤਾਂ ਬਿਲਕੁਲ ਹੀ ਗੱਲ ਜਿਹੜੀ ਆ ਉਹ ਮਤਲਬ ਦਿਨ ਨੂੰ ਰਾਤ ਕਹਿਣ ਵਾਲੀ ਗੱਲ ਆ ਇਹ, ਜਾਂ ਜ਼ਮੀਨ ਨੂੰ ਅਸਮਾਨ ਨੂੰ ਜ਼ਮੀਨ ਕਹਿਣ, ਪਤਾਲ ਕਹਿਣ ਵਾਲੀ ਗੱਲ ਆ।
ਉਲਟਾ ਸਮਾਂ ਇਸ ਗੱਲ ਨੂੰ ਹਾਈਲਾਈਟ ਕਰਨਾ ਚਾਹੀਦਾ ਕਿ ਸਰਕਾਰ ਨੇ ਕਿਸ ਤਰ੍ਹਾਂ ਕੀਤਾ। ਜਿਹੜੀ ਮਨਦੀਪ ਪੁਨੀਆ ਨੇ ਰਿਪੋਰਟ ਕੀਤੀ ਹੋਈ ਹੈ ਕਿ ਜਿਹੜਾ ਸਰਕਾਰੀ ਰੂਟ ਮਿੱਥਿਆ ਗਿਆ ਸੀਗਾ, ਉੱਥੇ ਇਹ ਸਾਰੇ ਹਮਲੇ ਹੋਣ ਦੀਆਂ ਕਿਸ ਤਰ੍ਹਾਂ ਸੰਭਾਵਨਾਵਾਂ ਪਈਆਂ ਹੋਈਆਂ ਨੇ, ਉਸ ਗੱਲ ਵੱਲ ਬਹੁਤਾ ਕਿਸੇ ਦਾ ਧਿਆਨ ਨਹੀਂ ਗਿਆ, ਪਰ ਉਹ ਦੇਖੀ ਜਾਣੀ ਚਾਹੀਦੀ ਆ। ਸੋ ਇਹ ਇੱਕ ਡਰੂ ਮਾਨਸਿਕਤਾ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ, ਜਿਹਦੇ ਵਿੱਚ ਮੈਂ ਇਹ ਵੀ ਮੰਨਦਾ ਕਿ ਨਾਲ ਜਿਹੜੇ ਸਿਆਸੀ ਮੁਫਾਦ ਆ ਕੁਝ ਇੱਕ ਵਿਅਕਤੀਆਂ ਦੇ ਅਤੇ ਕੁਝ ਇੱਕ ਦੇ ਜਿਹੜੇ ਵਿਚਾਰਧਾਰਕ ਵਖਰੇਵੇਂ ਆ ਜਾਂ ਉਹ ਝੁਕਾਅ ਨੇ, ਉਹ ਇਹਦੇ ਵਿੱਚ ਲਾਗੂ ਜਿਹੜੇ ਆ ਉਹ ਹੋ ਰਹੇ ਆ। ਪਰ ਇਹਦਾ ਸੰਘਰਸ਼ ਨੂੰ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ। ਵਧੀਆ ਗੱਲ ਇਹ ਹੈ ਜਾਂ ਕਰਨ ਵਾਲੀ ਗੱਲ ਇਹ ਆ ਕਿ ਜਿੰਨਾ ਲੋਕਾਂ ਨੇ ਮਤਲਬ ਇਹ 2 ਹਮਲੇ ਵੱਡੇ ਝੱਲ ਕੇ ਵੀ ਇਹਨੂੰ ਪੈਰਾਂ ਸਿਰ ਕਰ ਦਿੱਤਾ ਆ, ਇਹਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ, ਜਿਹੜੇ ਮਕਸਦ ਦੇ ਲਈ ਆਏ ਆ ਉਹ ਸਰ ਕਿੱਦਾਂ ਕਰਨਾ ਆ, ਉਹਦੇ ਵੱਲ ਨੂੰ ਦੇਖਣਾ ਚਾਹੀਦਾ। ਔਰ ਉਹਦੇ ਵਿੱਚ ਵੱਡਾ ਰੋਲ ਜਿਹੜਾ ਆ ਉਹ ਜਿਹੜੇ ਹੁਣ ਸੁਹਿਰਦ ਧਿਰਾਂ ਜਿਨ੍ਹਾਂ ਦੀ ਆਵਾਜ਼ ਸ਼ਾਇਦ ਉਨੀ ਕਿਸਾਨੀ ਅਗਵਾਈ ਦੇ ਵਿੱਚ ਨਹੀਂ ਰਹੀ ਹੋਊਗੀ, ਜਾਂ ਜਿੰਨੇ ਵੀ ਇੱਥੇ ਹਮਦਰਦ ਨੇ ਜਿਹੜੇ ਮਤਲਬ ਵੱਖ-ਵੱਖ ਤਰ੍ਹਾਂ ਦੀ ਸੇਵਾ ਦੇ ਵਿੱਚ ਹੈਗੇ ਆ ਜਾਂ ਲੋਕ ਹੈ, ਉਹਨਾਂ ਨੂੰ ਆਪਣਾ ਰੋਲ ਰੀਡਿਫਾਈਨ ਕਰਨਾ ਚਾਹੀਦਾ, ਦੇਖਣਾ ਚਾਹੀਦਾ। ਇੱਕ ਆਖਰ ਦੇ ਵਿੱਚ ਸਵਾਲ ਆ ਜੀ, ਆਖਰ ਕਦੋਂ ਤੱਕ ਉਹ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਰਹਿਣਗੇ, ਚਾਹੇ ਉਹ ਦੀਪ ਸਿੱਧੂ ਆ ਅਤੇ ਜਾਂ ਫਿਰ ਲੱਖੇ ਸਦਾਣੇ ਦੇ ਉੱਪਰ ਪਰਚੇ ਹੋਏ ਨੇ, ਅਤੇ ਜਾਂ ਫਿਰ ਹੋਰ ਨੇ ਜਿਹੜੇ 143-44 ਲੋਕ ਨੇ ਜਿਹੜੇ ਆਖਰ ਕਦੋਂ ਤੱਕ ਜੇਲ੍ਹਾਂ ਦੇ ਵਿੱਚ ਬੈਠੇ ਰਹਿਣਗੇ? ਦੇਖੋ, ਜੇਕਰ ਤਾਂ ਇਹਨੂੰ ਆਪਾਂ ਵੈਸੇ ਕਹਿ ਲਓ ਕਿ ਇੱਕ ਵਿਹਾਰ ਦੇ ਤੌਰ ਦੇ ਉੱਪਰ ਦੇਖੀਏ ਜਾਂ ਵੈਸੇ ਦੇਖੀਏ ਤਾਂ ਇਹ ਮੰਨਣਾ ਵੀ ਜਿੱਥੇ ਕਿਸੇ ਦਾ ਅੰਨ ਪਾਣੀ ਜਿੰਨਾ ਲਿਖਿਆ ਆ ਉਨਾ ਸਮਾਂ ਉਹਨੂੰ ਉੱਥੇ ਬੈਠ ਕੇ ਛਕਣਾ ਹੀ ਪੈਣਾ ਆ, ਠੀਕ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਤੁਸੀਂ ਲਵਾਰਸ ਛੱਡ ਦਿਓ ਜਾਂ ਕਹੋ ਵੀ ਭਾਈ ਉਹਨਾਂ ਦੀ ਕਿਸਮਤ ਦੇ ਵਿੱਚ ਲਿਖਿਆ। ਸੋ ਇੱਥੇ ਲੀਡਰਸ਼ਿਪ ਨੂੰ ਆਪਦਾ ਰੋਲ ਜਿਹੜਾ ਆ ਉਹ ਨਿਭਾਉਣਾ ਚਾਹੀਦਾ, ਔਰ ਖਾਸ ਕਰਕੇ ਲੋਕਾਂ ਨੂੰ ਇਹਦੇ ਸੰਬੰਧ ਦੇ ਵਿੱਚ ਰੋਲ ਜਿਹੜਾ ਆ ਉਹ ਨਿਭਾਉਣਾ ਚਾਹੀਦਾ ਆ। ਕੇਸ ਪਏ ਨੇ, ਮੁੱਦਾ ਜਿਹੜਾ ਆ ਉਹ ਇੰਨਾ ਜ਼ਿਆਦਾ ਵੱਡੇ ਦੇ ਉੱਪਰ ਆਏ ਹੋਏ ਆ ਔਰ ਅਜੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਹ ਕੋਈ ਯੂਨੀਵਰਸਿਟੀ ਪੱਧਰ ਦੀ ਸਟੂਡੈਂਟਾਂ ਦਾ ਮਸਲਾ ਤਾਂ ਹੈ ਨਹੀਂਗਾ, ਜਿੱਥੇ ਤੁਸੀਂ ਇੱਕ ਮਸਲੇ ਨੂੰ ਲੈ ਕੇ ਐਜੀਟੇਸ਼ਨ ਕੀਤੀ, ਸਟੂਡੈਂਟ ਆਗੂ ਜਿਹੜੇ ਸੀਗੇ ਉਹ 2 ਮਹੀਨੇ ਬਾਅਦ ਸਸਪੈਂਡ ਕਰਤੇ ਅਤੇ 2 ਮਹੀਨੇ ਬਾਅਦ ਬਹਾਲ ਕਰਕੇ ਅਤੇ ਜੈ ਜਨਤਾ ਜੈ ਸੰਘਰਸ਼ ਹੋ ਗਈ। ਇਹ ਕੰਮ ਤਾਂ ਹੋਣਾ ਨਹੀਂ ਚਾਹੀਦਾ। ਇਹ ਗੱਲ ਠੀਕ ਆ ਵੀ ਉਹਨਾਂ ਸਾਰਿਆਂ ਦੇ ਵਾਸਤੇ ਹੀ ਸਾਡੇ ਜਿਹੜੇ ਸਰੋਕਾਰ ਨੇ, ਸਾਡੀ ਚਿੰਤਾ ਜਿਹੜੀ ਆ ਉਹ ਹੈਗੀ ਆ। ਮੇਰੇ ਮੁਤਾਬਕ ਤਾਂ ਇਹ ਹੈ ਕਿ ਉਹਨਾਂ ਦੀ ਜਿਹੜੀ ਲੀਗਲ ਏਡ ਆ ਉਹ ਸਭ ਤੋਂ ਪਹਿਲਾਂ ਮਜ਼ਬੂਤੀ ਦੇ ਨਾਲ ਹੋਣੀ ਚਾਹੀਦੀ ਸੀਗੀ। ਜਿਹੜੇ ਕੁਝ ਇੱਕ ਵਿਅਕਤੀਆਂ ਦਾ ਆ ਰਿਹਾ ਕਿ ਅਜੇ ਵੀ ਲਾਪਤਾ ਨੇ, ਬਾਪੂ ਜ਼ੋਰਾਵਰ ਸਿੰਘ ਦੀ ਜਿਹੜੀ ਗੱਲ ਆਈ ਹੈ, ਸੋ ਉਹਨਾਂ ਦੇ ਉੱਪਰ ਧਿਆਨ ਦਿੱਤਾ ਜਾਣਾ ਚਾਹੀਦਾ ਆ। ਅਤੇ ਸੰਘਰਸ਼ ਦੀ ਕਿੰਨੀ ਮਜ਼ਬੂਤੀ ਦੇ ਨਾਲ ਇਹ ਪੈਰਾਂ ਸਿਰ ਆਉਂਦਾ ਆ, ਕਿਉਂਕਿ ਇਹ ਜਿਹੜੇ ਕੇਸ ਵੀ ਪਏ ਆ, ਮੈਂ ਜੇ ਦੇਖਿਆ ਵੀ ਠੀਕ ਆ ਉਹਨਾਂ ਨੇ ਵਾਇਲੇਸ਼ਨ ਕਾਨੂੰਨ ਦੀ ਦਿਖਾਈ ਆ, ਪਰ ਇਹ ਹੈ ਉਹਨਾਂ ਦਾ ਇੱਕ ਸਿਆਸੀ ਹਰਬਾ ਹੀ ਆ ਵੀ ਵੱਧ ਤੋਂ ਵੱਧ ਬੰਦੇ ਜਿਹੜੇ ਨੇ ਉਹਨਾਂ ਨੂੰ ਨੋਟਿਸ ਭੇਜੋ, ਉਹਨਾਂ ਨੂੰ ਫਸਾਓ, ਅਲਟੀਮੇਟਲੀ ਉਹਨਾਂ ਦਾ ਕੋਈ ਬਣਾ ਕੇ ਇਹਨਾਂ ਦੇ ਨਾਲ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕਰੋ। ਇੱਦਾਂ ਦਾ ਸਰਕਾਰ ਦਾ ਹਰਬਾ ਜਿਹੜਾ ਆ ਉਹ ਹੋ ਸਕਦਾ ਆ। ਪਰ ਆਪਣੀ ਸੰਘਰਸ਼ ਦੀ ਮਹਾਰਤ ਤਾਂ ਇਸੇ ਗੱਲ ਦੇ ਵਿੱਚ ਹੀ ਹੋਊਗੀ ਕਿ ਤੁਸੀਂ ਜਿੰਨਾ ਵੀ ਗੱਲ ਨੂੰ ਮੁੱਖ ਮੁੱਦੇ ਦੇ ਉੱਪਰ ਫੋਕਸ ਦੇ ਉੱਤੇ ਲੈ ਕੇ ਜਾਓਗੇ, ਦੁਬਾਰਾ ਟੈਕਟੀਕਲ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ। ਕਿਸੇ ਵੀ ਟੈਕਟੀਕਲ ਵਾਧ ਘਾਟ ਦੇ ਨਾਲ, ਕੋਈ ਪੈਂਤੜੇਬਾਜ਼ੀ ਦੀ ਵਾਧ ਘਾਟ ਦੇ ਨਾਲ ਤੁਸੀਂ ਜਿਸ ਮੁੱਦੇ ਕਰਕੇ ਲੱਖਾਂ ਲੋਕ ਇਹਨਾਂ ਬਾਰਡਰਾਂ ਦੇ ਉੱਪਰ ਆ ਕੇ ਬੈਠੇ ਰਹੇ ਆ, ਉਹ ਮੁੱਦਾ ਤਾਂ ਨਾਜਾਇਜ਼ ਕਰਾਰ ਨਹੀਂ ਨਾ ਹੋ ਜਾਂਦਾ। ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਤੁਸੀਂ ਦੁਬਾਰਾ ਜਿਹੜੀ ਗੱਲਬਾਤ ਦਾ ਜਾਂ ਸਾਰੇ ਬਿਰਤਾਂਤ ਦਾ ਫੋਕਸ ਆ ਉੱਥੇ ਕਿੱਦਾਂ ਲੈ ਕੇ ਜਾਂਦੇ ਹੋ। ਅਤੇ ਪਲੱਸ ਜਿਹੜੇ ਇਹ ਬੰਦੇ ਨੇ ਇਹਨਾਂ ਨੂੰ ਬਿਲਕੁਲ ਵੀ ਅਵੰਡਨ ਨਹੀਂ ਕੀਤਾ ਜਾ ਸਕਦਾ, ਛੱਡਿਆ ਨਹੀਂ ਜਾ ਸਕਦਾ। ਉਸ ਸੰਬੰਧ ਦੇ ਵਿੱਚ ਵਕੀਲਾਂ ਵੱਲੋਂ ਜਾਂ ਕੁਝ ਸਿੱਖ ਸੰਸਥਾਵਾਂ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਦੇ ਵਿੱਚ ਕਿਸਾਨੀ ਧਿਰਾਂ ਨੇ ਵੀ ਕਿਹਾ ਵੀ ਅਸੀਂ ਉਹਨਾਂ ਦੀ ਕਾਨੂੰਨੀ ਚਾਰਾਜੋਈ ਕਰ ਰਹੇ ਹਾਂ। ਜਿਸ ਤਰ੍ਹਾਂ ਦੀਆਂ ਧਾਰਾਵਾਂ ਨੇ ਉਹਦੇ ਵਿੱਚੋਂ ਇਹ ਆ ਕਿ ਜ਼ਮਾਨਤ ਜਿਹੜੀ ਹੈ ਉਹ ਮਿਲਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਉਹਦੇ ਵਿੱਚ ਤਿੰਨ ਜਣਿਆਂ ਦੀ ਜ਼ਮਾਨਤ ਮਿਲੀ ਵੀ ਹੈ। ਬਹੁਤਿਆਂ ਦੀ ਜਿਹੜੀ ਆ ਉਹ ਸੈਸ਼ਨਸ ਕੋਰਟ ਦੇ ਵਿੱਚੋਂ, ਜੇ ਕਾਨੂੰਨ ਮੁਤਾਬਕ ਦੇਖੀਏ ਤਾਂ ਸੈਸ਼ਨ ਕੋਰਟ 'ਚੋਂ ਹੀ ਮਿਲਣੀ ਚਾਹੀਦੀ ਹੈ, ਨਹੀਂ ਤਾਂ ਹਾਈ ਕੋਰਟ ਦੇ ਵਿੱਚੋਂ ਮਿਲ ਜਾਣੀ ਚਾਹੀਦੀ ਹੈ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਅਤੇ ਉਰਫ ਗਾਜੀ ਬਾਬਾ। ਇਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜੀ ਜ਼ਮਾਨਤ ਆ ਉਹ ਮਿਲਣੀ ਸ਼ੁਰੂ ਹੋ ਜਾਣੀ ਚਾਹੀਦੀ ਆ ਸੈਸ਼ਨ ਕੋਰਟ ਦੇ ਵਿੱਚੋਂ, ਜੇ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ। ਅਤੇ ਇਸੇ ਤਰ੍ਹਾਂ ਹੋਰ ਵੀ ਮਿਲਾਂਗੇ ਜਾ ਕੇ। ਜੁੜੇ ਰਹੋ ਸਰਖਾਬ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਲਵਦੀਪ ਦੇ ਨਾਲ, ਮੈਂ ਹਰਜਿੰਦਰ ਸਿੰਘ ਢਿੱਲੋਂ, ਸਿੰਘੂ ਬਾਰਡਰ, ਦਿੱਲੀ।